किताब शहीद जसवंत सिंह खालड़ा सोच संघर्ष ते शहादत। लेखक सरदार अजमेर सिंह। भाग 9वां। आवाज़ भाई गुरजंट सिंह रूपवाली। कौमी संघर्ष का अगला पड़ाव। खालिस्तान की बुनियाद मजबूत करो ਅਤੇ प्रवासी खालिस्तानी लहर अंदर खड़ोत दे लक्षण। वाहिगुरू जी का खालसा वाहिगुरू जी की फतेह। कौमी संघर्ष का अगला पड़ाव। जून 1993 ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਸੰਘਰਸ਼ ਦੀ ਤਤਕਾਲੀ ਦਸ਼ਾ ਦਾ ਵਿਸ਼ਲੇਸ਼ਣ ਕਰਦਿਆਂ ਅਗਲੇਰੇ ਕਾਰਜਾਂ ਦੀ ਨਿਸ਼ਾਨਦੇਹੀ ਕਰਨ ਲਈ ਇੱਕ ਮਹੱਤਵਪੂਰਨ ਸਿਧਾਂਤਕ ਲਿਖਤ ਲਿਖੀ ਸੀ, ਜੋ ਕਿ ਲਿਬਰੇਸ਼ਨ ਖਾਲਿਸਤਾਨ ਦੇ ਦੂਜੇ ਸਾਲ ਦੇ ਤੀਜੇ ਅੰਕ ਵਿੱਚ ਛਾਪੀ ਗਈ ਸੀ। ਉਸ ਲਿਖਤ ਦੇ ਅੰਤ ਵਿੱਚ ਇਹ ਨੋਟ ਦਿੱਤਾ ਗਿਆ ਸੀ, ਇਹ ਲਿਖਤ ਸਿਰਫ ਵਿਚਾਰ ਵਟਾਂਦਰੇ ਲਈ ਹੈ। ਹੋ ਸਕਦਾ ਹੈ ਕਿ ਸਾਡੇ ਕਈ ਬੁੱਧੀਮਾਨ ਭਰਾ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਹੋਣ। ਅਸੀਂ ਉਹਨਾਂ ਦੀਆਂ ਟਿੱਪਣੀਆਂ ਦਾ ਸਵਾਗਤ ਕਰਾਂਗੇ ਅਤੇ ਇਸ ਲਿਖਤ ਵਿੱਚ ਸੁਝਾਈਆਂ ਸੋਧਾਂ ਕਰਕੇ ਕੌਮ ਲਈ ਕੋਈ ਹੋਰ ਚੰਗੀ ਦਸਤਾਵੇਜ਼ ਵਿਚਾਰ ਲਈ ਪੇਸ਼ ਕਰਾਂਗੇ। ਹੇਠਾਂ ਉਸ ਲਿਖਤ ਵਿੱਚੋਂ ਕੁਝ ਅਹਿਮ ਅੰਸ਼ ਦਿੱਤੇ ਜਾ ਰਹੇ ਹਨ। ਖਾੜਕੂ ਲਹਿਰ ਦਾ ਪਤਨ, ਪ੍ਰਾਪਤੀਆਂ। ਇੱਕ ਦਹਾਕੇ ਤੋਂ ਵੱਧ ਪੰਜਾਬ ਦੀ ਰਾਜਨੀਤੀ ਤੇ ਛਾਈ ਰਹੀ ਖਾੜਕੂ ਧਿਰ ਦਾ ਪਤਨ ਇੱਕ ਕੌੜੀ ਸੱਚਾਈ ਹੈ। ਆਲੋਚਕ ਇਸ ਦੇ ਕਈ ਕਾਰਨ ਗਿਣਾਉਂਦੇ ਹਨ ਅਤੇ ਸਮਰਥਕ ਇਸ ਨੂੰ ਅਜੇ ਵੀ ਪਤਨ ਕਹਿਣ ਤੇ ਇਤਰਾਜ਼ ਕਰਦੇ ਹਨ। ਮੇਰੇ ਖਿਆਲ ਵਿੱਚ ਇਹ ਕੁਦਰਤੀ ਭਾਣਾ ਹੈ। ਰਾਜਨੀਤਿਕ ਵਿਗਿਆਨ ਦਾ ਕੋਈ ਵੀ ਫਾਰਮੂਲਾ ਇਸ ਲਹਿਰ ਦੇ ਇਸ ਪੜਾਅ ਨੂੰ ਹੋਰ ਲੰਬੇਰਾ ਨਹੀਂ ਸੀ ਕਰ ਸਕਦਾ। ਦੁਨੀਆ ਅੰਦਰ ਕੋਈ ਵੀ ਲਹਿਰ ਆਪਣੇ ਆਪ ਨੂੰ ਇੱਕੋ ਤਰੀਕੇ ਨਾਲ 10 ਸਾਲਾਂ ਤੋਂ ਵੱਧ ਲਗਾਤਾਰ ਕਾਇਮ ਨਹੀਂ ਰੱਖ ਸਕੀ। ਇਹ ਸਮਾਂ ਜੋ ਇਸ ਲਹਿਰ ਨੇ ਕੱਢਿਆ ਹੈ, ਆਮ ਲਹਿਰਾਂ ਤੋਂ ਵੱਧ ਹੀ ਸੀ। ਲਹਿਰ ਅੰਦਰ ਆਏ ਨਿਘਾਰ ਦੇ ਵੱਖੋ ਵੱਖਰੇ ਕਾਰਨ ਗਿਣਵਾਏ ਜਾਂਦੇ ਰਹੇ ਹਨ, ਪਰੰਤੂ ਲਹਿਰ ਤੋਂ ਬਾਹਰ ਬੈਠ ਕੇ ਭਾਵਨਾਤਮਕ ਸੁਝਾਵਾਂ ਨਾਲ ਲਹਿਰ ਨੂੰ ਮੋੜੇ ਨਹੀਂ ਆਉਂਦੇ ਹੁੰਦੇ। ਲਹਿਰ ਦੀਆਂ ਅੰਤਰਮੁਖੀ ਹਾਲਤਾਂ ਤੇ ਬਾਹਰਮੁਖੀ ਹਾਲਤ ਉਸ ਨੂੰ ਮੋੜੇ ਦਿੰਦੇ ਹਨ। ਅੱਜ ਇਸ ਲਹਿਰ ਦੀ ਨਿੰਦਿਆ ਕਰਨੀ ਸਿਰਫ ਬੇਈਮਾਨੀ ਹੀ ਕਹੀ ਜਾ ਸਕਦੀ ਹੈ। ਇਸ ਲਹਿਰ ਵਿੱਚ ਭਾਰੀ ਨੁਕਸ ਰਹੇ ਹਨ, ਪਰ ਜੋ ਪ੍ਰਾਪਤੀਆਂ ਇਸ ਲਹਿਰ ਨੇ ਕੀਤੀਆਂ, ਨੁਕਤਾਚੀਨੀ ਕਰਨ ਵਾਲੇ ਪੂਰੀ ਉਮਰ ਵਿੱਚ ਉਹ ਨਹੀਂ ਕਰ ਸਕਦੇ। ਇਸ ਲਹਿਰ ਨੇ ਕੌਮ ਅੰਦਰ ਜਾਗਰਤੀ ਪੈਦਾ ਕੀਤੀ। ਇਸ ਨੇ ਭਾਰਤੀ ਕੌਮ ਦਾ ਫਿਰਕੂ ਕਿਰਦਾਰ ਨੰਗਾ ਕੀਤਾ। ਇਸ ਨੇ ਆਜ਼ਾਦੀ ਦਾ ਮੁੱਦਾ ਸਿਆਸੀ ਏਜੰਡੇ ਤੇ ਲਿਆਂਦਾ। ਇਸ ਨੇ ਦੁਨੀਆ ਵਿੱਚ ਸਿੱਖ ਕੌਮ ਦੀ ਇੱਕ ਦੱਬੀ ਕੁਚਲੀ ਕੌਮ ਵਜੋਂ ਪਹਿਚਾਣ ਕਰਾਈ। ਇਸ ਨੇ ਵੱਡੇ ਵੱਡੇ ਮਗਰਮੱਛ ਸਿੱਖ ਸਿਆਸਤਦਾਨਾਂ ਦੀ ਅਜ਼ਾਰੇਦਾਰੀ ਖਤਮ ਕੀਤੀ। ਇਸ ਨੇ ਅਜਿਹਾ ਮਾਹੌਲ ਪੈਦਾ ਕੀਤਾ ਜਿਸ ਵਿੱਚ ਸਿੱਖ ਕੌਮ ਤੇ ਭਾਰਤੀ ਕੌਮ ਵਿਚਕਾਰ ਉੱਪਰ ਤੋਂ ਹੇਠਾਂ ਤੱਕ ਇੱਕ ਸਪਸ਼ਟ ਨਖੇੜਾ ਦਿਖਾਈ ਦੇਣ ਲੱਗਾ। ਇਸ ਨੇ ਆਪਣੇ ਖੂਨ ਨਾਲ ਇੱਕ ਐਸਾ ਰਾਹ ਰੋਸ਼ਨ ਕੀਤਾ ਜਿਸ ਉੱਤੇ ਸੂਝ-ਬੂਝ ਨਾਲ ਚੱਲ ਕੇ ਕੌਮ ਆਜ਼ਾਦੀ ਦੀ ਪ੍ਰਾਪਤੀ ਹਾਸਲ ਕਰ ਸਕਦੀ ਹੈ। ਭਾਰਤੀ ਕੌਮ ਤੋਂ ਆਜ਼ਾਦੀ ਦੀ ਪ੍ਰਾਪਤੀ ਲਈ ਇਸ ਪਹਿਲੀ ਲੜਾਈ ਵਿੱਚ ਜੋ ਕੋਈ ਲਹਿਰ ਕਰ ਸਕਦੀ ਹੈ, ਇਸ ਲਹਿਰ ਨੇ ਉਸ ਤੋਂ ਵੱਧ ਕਰ ਦਿਖਾਇਆ। ਇਸ ਨੇ ਕੌਮੀ ਕਮਜ਼ੋਰੀਆਂ ਨੂੰ ਵੀ ਸਾਹਮਣੇ ਲਿਆਂਦਾ ਤੇ ਅਨੇਕਾਂ ਸਬਕ ਸਾਨੂੰ ਐਸੇ ਸਿਖਾਏ ਕਿ ਅਸੀਂ ਅਗਾਂਹ ਤੋਂ ਸੋਚ ਵਿਚਾਰ ਕੇ ਚੱਲੀਏ। ਕੁੱਲ ਮਿਲਾ ਕੇ ਇਸ ਲਹਿਰ ਆਪਣੇ ਜਿੰਮੇ ਲੱਗੇ ਕਾਰਜ ਨੂੰ ਨੇਪਰੇ ਚਾੜ ਕੇ ਅਗਲੇ ਪੜਾਅ ਲਈ ਰਾਹ ਪੱਧਰਾ ਕਰ ਗਈ ਹੈ। ਆਜ਼ਾਦੀ ਦੀ ਲੜਾਈ ਦਾ ਅਗਲੇਰਾ ਪੜਾਅ ਕੀ ਹੋਵੇ? ਦੋ ਤਰ੍ਹਾਂ ਦੀ ਲਹਿਰ ਦੀ ਆਉਣ ਵਾਲੇ ਸਮੇਂ ਵਿੱਚ ਪੂਰੀ ਸੰਭਾਵਨਾ ਹੈ। ਇੱਕ ਚੋਣਵੇਂ ਖਾੜਕੂਵਾਦ ਸਿਲੈਕਟਿਵ ਮਿਲੀਟੈਂਸੀ ਦਾ ਪੜਾਅ ਹੈ। ਪੰਜਾਬ ਤੋਂ ਬਾਹਰ ਜਾਂ ਹੋਰ ਕਿਸੇ ਦੇਸ਼ ਤੋਂ ਕਦੇ ਕਦਾਈ ਧਿਆਨ ਖਿੱਚੂ ਕਾਰਵਾਈਆਂ ਕਰਕੇ ਖਾੜਕੂ ਲੰਮਾ ਚਿਰ ਆਪਣੀ ਹੋਂਦ ਦਿਖਾਉਂਦੇ ਰਹਿ ਸਕਦੇ ਹਨ। ਦੂਜਾ ਪੜਾਅ ਜਨਤਕ ਜਦੋਜਹਿਦ ਹੈ। ਜੂਨ 1984 ਤੋਂ ਹੁਣ ਤੱਕ ਹੋਈਆਂ ਘਟਨਾਵਾਂ ਅਤੇ ਭਾਰਤੀ ਰਾਜ ਮਸ਼ੀਨਰੀ ਤੇ ਭਾਰਤੀ ਕੌਮ ਦੇ ਦਬਾਓ ਤੇ ਬਦਲਾਖੋਰ ਰਵੱਈਏ ਤੋਂ ਪ੍ਰਭਾਵਿਤ ਸਿਆਸੀ ਸਿੱਖ ਜਨਤਾ ਆਪਣੇ ਵਿੱਤ ਮੁਤਾਬਕ ਸਰਗਰਮ ਹੋਵੇਗੀ। ਇਹਨਾਂ ਵਿੱਚ ਉਹ ਤੱਤ ਮੁੱਖ ਭੂਮਿਕਾ ਅਦਾ ਕਰ ਸਕਦੇ ਹਨ ਜੋ ਪਿਛਲੇ ਸਮੇਂ ਵਿੱਚ ਆਜ਼ਾਦੀ ਲਈ ਆਪਣੇ ਢੰਗ ਨਾਲ ਲੜਨਾ ਚਾਹੁੰਦੇ ਸਨ, ਪਰ ਖਾੜਕੂ ਪ੍ਰਭਾਵਿਤ ਮਾਹੌਲ ਵਿੱਚ
ਦੋਮ ਦਰਜੇ ਤੇ ਚੱਲਦੇ ਰਹੇ ਹਨ। ਉਹ ਤੱਤ ਵੀ ਆਉਣਗੇ ਜੋ ਖਾੜਕੂ ਲਹਿਰ ਦੇ ਸਮਰਥਕ ਸਨ, ਪਰ ਬਾਅਦ ਵਿੱਚ ਇਸ ਦੇ ਨੁਕਸਾਂ ਤੋਂ ਤੰਗ ਆ ਕੇ ਘਰ ਬੈਠ ਗਏ ਸਨ। ਖਾੜਕੂ ਲਹਿਰ ਦੇ ਮੱਠਾ ਪੈ ਜਾਣ ਕਾਰਨ ਸ਼ੁਰੂ ਵਿੱਚ ਇਹਨਾਂ ਲੋਕਾਂ ਦੀ ਪੁੱਛ ਪੜਤਾਲ ਵੀ ਘੱਟ ਹੀ ਹੋਵੇਗੀ, ਕਿਉਂਕਿ ਪਿਛਲੇ ਸਮੇਂ ਅੰਦਰ ਇਹਨਾਂ ਦੀ ਪਛਾਣ ਵੀ ਖਾੜਕੂਆਂ ਨਾਲ ਹੀ ਕੀਤੀ ਜਾਂਦੀ ਸੀ। ਇੱਕ ਮੁਸ਼ਕਲ ਇਸ ਧੜੇ ਨੂੰ ਇਹ ਵੀ ਆਵੇਗੀ ਕਿ ਬਹੁਤ ਸਾਰੇ ਖਾੜਕੂ ਸਮਰਥਕ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਪਿਛਲੇ ਸਮੇਂ ਵਿੱਚ ਲੁੱਟਾਂ ਖੋਹਾਂ ਤੇ ਧਨ ਇਕੱਠਾ ਕਰਨ ਦੇ ਕੰਮ ਵਿੱਚ ਨੀਵੇਂ ਪੱਧਰ ਤੇ ਜੁਟੇ ਰਹੇ ਸਨ, ਅਤੇ ਉਹਨਾਂ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਖਾੜਕੂ ਲਹਿਰ ਵਿੱਚ ਨਿਘਾਰ ਆਇਆ ਸੀ। ਇਹਨਾਂ ਲੋਕਾਂ ਤੋਂ ਸਪਸ਼ਟ ਨਖੇੜਾ ਕਰਨਾ ਵੀ ਇੱਕ ਮੁਸ਼ਕਲ ਕੰਮ ਬਣੇਗਾ। ਆਜ਼ਾਦੀ ਦੀ ਲੜਾਈ ਦਾ ਅਗਲੇਰਾ ਪੜਾਅ ਜਨਤਕ ਜਮਹੂਰੀ ਮੋਰਚੇ ਦਾ ਹੋਣਾ ਚਾਹੀਦਾ ਹੈ, ਪਰ ਜੇਕਰ ਇਹ ਉਸਰ ਨਾ ਸਕਿਆ ਤਾਂ ਕੁਦਰਤੀ ਤੌਰ ਤੇ ਚੋਣਵਾਂ ਖਾੜਕੂਵਾਦ ਇਸ ਦੀ ਜਗ੍ਹਾ ਲੈ ਲਵੇਗਾ, ਅਤੇ ਇਹ ਦੌਰ ਮਾਨਵਤਾ ਲਈ ਇੱਕ ਲੰਮਾ ਕਸ਼ਟ ਵੀ ਪੈਦਾ ਕਰ ਸਕਦਾ ਹੈ ਤੇ ਅਸਲ ਮੁੱਦੇ ਨੂੰ ਲਮਕਾਵੇਗਾ ਵੀ। ਇੱਕ ਗੱਲ ਸਪਸ਼ਟ ਰਹਿਣੀ ਚਾਹੀਦੀ ਹੈ ਕਿ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਮੁਕਾਬਲੇ ਤੇ ਭਾਰਤੀ ਹਕੂਮਤ ਰਵਾਇਤੀ ਅਕਾਲੀ ਲੀਡਰਾਂ ਨੂੰ ਜ਼ਰੂਰ ਵਰਤੋਂ ਵਿੱਚ ਲਿਆਉਂਦੀ ਰਹੇਗੀ। ਇਸ ਲਈ ਜਦ ਵੀ ਆਜ਼ਾਦੀ ਪਸੰਦ ਕਮਜ਼ੋਰ ਹੋਇਆ ਕਰਨਗੇ, ਰਵਾਇਤੀ ਅਕਾਲੀ ਆਗੂਆਂ ਦੀ ਚੜ੍ਹਤ ਹੋਇਆ ਹੀ ਕਰੇਗੀ। ਪਰ ਸਾਨੂੰ ਇਹਨਾਂ ਆਗੂਆਂ ਦੀ ਜਾਤੀ ਨਿੰਦਾ ਕਰਕੇ ਇਹਨਾਂ ਨੂੰ ਖਦੇੜਨ ਦੇ ਪੈਂਤੜੇ ਤੇ ਹੀ ਚੱਲਦਿਆਂ ਨਹੀਂ ਰਹਿਣਾ ਚਾਹੀਦਾ, ਬਲਕਿ ਉਹਨਾਂ ਨੂੰ ਕੌਮ ਦੇ ਸਾਹਮਣੇ ਇਮਤਿਹਾਨ ਵਿੱਚ ਪੈਂਦੇ ਰਹਿਣ ਦਾ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਕੌਮੀ ਵਿਰੋਧਤਾਈ ਨੂੰ ਤਿੱਖਿਆਂ ਕਰਦੇ ਰਹੇ ਤਾਂ ਰਵਾਇਤੀ ਅਕਾਲੀ ਲੀਡਰਸ਼ਿਪ ਜਾਂ ਤਾਂ ਆਪਣੀ ਸੁਰ ਬਦਲੇਗੀ ਜਾਂ ਘਰ ਬੈਠ ਸਕਦੀ ਹੈ। ਅੱਜ ਰਵਾਇਤੀ ਲੀਡਰਾਂ ਦੀ ਚੜ੍ਹਤ ਦੇ ਦਿਨ ਹਨ। ਬਿਨਾਂ ਸ਼ੱਕ ਲੋਕ ਖਾੜਕੂ ਲਹਿਰ ਤੋਂ ਕੁਝ ਚਿਰ ਲਈ ਖਹਿੜਾ ਛਡਾਉਣਾ ਚਾਹੁੰਦੇ ਹਨ। ਉਹ ਖਾੜਕੂ ਤੇ ਆਜ਼ਾਦੀ ਇੱਕੋ ਸਿੱਕੇ ਦੇ ਦੋ ਪਾਸੇ ਸਮਝਦੇ ਹਨ। ਜੇਕਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਖਾੜਕੂ ਸਮਝ ਕੇ ਤਰਬਕਦੇ ਹਨ। ਇਹ ਇੱਕ ਕੁਦਰਤੀ ਵਰਤਾਰਾ ਹੈ, ਕਿਉਂਕਿ ਸਿਰਫ ਤੇ ਸਿਰਫ ਖਾੜਕੂਆਂ ਨੇ ਹੀ ਆਜ਼ਾਦੀ ਦੀ ਲੜਾਈ ਲੜੀ ਹੈ। ਜਮਹੂਰੀ ਸੁਭਾਅ ਵਾਲੇ ਲੋਕਾਂ ਨੇ ਆਜ਼ਾਦੀ ਦੀਆਂ ਗੱਲਾਂ ਭਾਵੇਂ ਕੀਤੀਆਂ ਹੋਣ, ਪਰ ਆਜ਼ਾਦੀ ਲਈ ਕੀਤਾ ਕੁਝ ਨਹੀਂ ਹੈ। ਸਾਨੂੰ ਆਜ਼ਾਦੀ ਦੀ ਲੜਾਈ ਦਾ ਇੱਕ ਜਮਹੂਰੀ ਮਾਡਲ ਪੇਸ਼ ਕਰਨਾ ਹੋਵੇਗਾ, ਜਿਸ ਤੋਂ ਲੋਕਾਂ ਨੂੰ ਇਹ ਵਖਰੇਵਾਂ ਸਪਸ਼ਟ ਹੋ ਸਕੇ ਕਿ ਪਿਛਲੀਆਂ ਗਲਤੀਆਂ ਦੁਹਰਾਈਆਂ ਨਹੀਂ ਜਾਣਗੀਆਂ। ਇਸ ਵਾਸਤੇ ਧੀਰਜ ਨਾਲ ਇਸ ਜੱਦੋ ਜਹਿਦ ਨੂੰ ਮੁੱਢੋਂ ਸੁੱਢੋਂ ਸ਼ੁਰੂ ਕਰਨਾ ਹੋਵੇਗਾ। ਇਸ ਪੜਾਅ ਵਿੱਚ ਆਪੂ ਬਣੇ ਕੌਮੀ ਲੀਡਰ ਜ਼ਰੂਰ ਨਿਰਾਸ਼ਤਾ ਦਾ ਸ਼ਿਕਾਰ ਹੋਣਗੇ। ਉਹ ਇਮਾਨਦਾਰ ਹੁੰਦਿਆਂ ਹੋਇਆਂ ਵੀ ਕੌਮੀ ਰਾਜਨੀਤੀ ਵਿੱਚ ਆਪਣਾ ਦਰਜਾ ਘਟਦਾ ਬਰਦਾਸ਼ਤ ਨਹੀਂ ਕਰਨਗੇ। ਇਸ ਕਾਰਨ ਇਸ ਖਾੜਕੂ ਧਿਰ ਨੂੰ ਹੋਰ ਨੁਕਸਾਨ ਹੋਵੇਗਾ। ਖਾੜਕੂ ਲਹਿਰ ਦੀ ਨੁਕਤਾਚੀਨੀ ਦਾ ਲੋਕ ਗੁੱਸਾ ਸਾਨੂੰ ਸਬਰ ਨਾਲ ਬਰਦਾਸ਼ਤ ਕਰਨਾ ਪਵੇਗਾ, ਚਾਹੇ ਅਸੀਂ ਇਸ ਵਿੱਚ ਕਸੂਰਵਾਰ ਨਾ ਵੀ ਰਹੇ ਹੋਈਏ। ਇਹ ਹਰੇਕ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਇਸ ਦਾ ਕਾਰਨ ਕਈ ਲੋਕ ਕੌਮੀ ਕਿਰਦਾਰ ਨੂੰ ਗਾਲ ਮੰਦਾ ਕਰਕੇ ਸੰਨਿਆਸ ਵੀ ਲੈ ਲੈਣਗੇ। ਇੱਕ ਸਭ ਤੋਂ ਜ਼ਿਆਦਾ ਖਿਆਲ ਰੱਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਹਕੂਮਤ ਸਾਨੂੰ ਫਿਰ ਕਾਚੇ ਘਰੜ ਹਾਲਤ ਵਿੱਚ ਹੀ ਉਤੇਜਿਤ ਕਰਕੇ ਮਾਰ ਕੇ ਬਾਜ਼ੀ ਵੱਲ ਖਿੱਚੇਗੀ। ਸਾਡੇ ਵਿੱਚ ਪੈਦਾ ਕੀਤੀ ਭੜਕਾਹਟ ਉਸ ਦੇ ਹੱਕ ਵਿੱਚ ਹੈ, ਪਰ ਧੀਰਜ ਤੇ ਸਬਰ ਸਾਡੀ ਲੋੜ ਹੈ। ਕਈ ਬਾਹਰੀ ਸ਼ਕਤੀਆਂ ਵੀ ਆਪਣੇ ਫਾਰਮੂਲੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੀਆਂ। ਇਸ ਕਰਕੇ ਇਸ ਪਲੇਟਫਾਰਮ ਦੀ ਲੀਡਰਸ਼ਿਪ ਹਲੀਮੀ, ਦੂਰ ਦ੍ਰਿਸ਼ਟੀ ਤੇ ਪੱਕੇ ਇਰਾਦੇ ਦੀ ਧਾਰਨੀ ਹੋਣ ਦੀ ਲੋੜ ਹੈ। ਕਿੱਥੋਂ ਸ਼ੁਰੂ ਕਰੀਏ? ਸਭ ਤੋਂ ਪਹਿਲਾਂ ਸਾਨੂੰ ਸਿੱਖਾਂ ਅੰਦਰ ਕੌਮੀ ਭਾਵਨਾ ਮਜ਼ਬੂਤ ਕਰਨ ਲਈ ਸਰਗਰਮ ਹੋਣਾ ਪਵੇਗਾ। ਸਿਰਫ ਧਾਰਮਿਕ ਭਾਵਨਾ ਮੁਲਕ ਪੈਦਾ ਨਹੀਂ ਕਰਦੀ। ਕੌਮ ਉਸ ਜਨ ਸਮੂਹ ਦਾ ਨਾਂ ਹੁੰਦਾ ਹੈ ਜੋ ਰਾਜਨੀਤਿਕ ਤੌਰ ਤੇ ਇਕਜੁੱਟ ਇਕਾਈ ਦਾ ਰੂਪ ਰੱਖਦੇ ਹਨ ਤੇ ਇੱਕ ਖਾਸ ਖਿੱਤੇ ਅੰਦਰ ਆਪਣਾ ਰਾਜ ਪ੍ਰਬੰਧ ਸਥਾਪਿਤ ਕਰਕੇ ਸਮਾਜਿਕ ਵਿਕਾਸ ਚਾਹੁੰਦੇ ਹਨ। ਆਮ ਧਰਮਾਂ ਵਾਂਗ ਸਿੱਖ ਵੀ ਇੱਕ ਧਰਮ ਹੁੰਦਿਆਂ ਲੋਕਾਂ ਨੂੰ ਇੱਕ ਵਿਸ਼ੇਸ਼ ਜੀਵਨ ਜਾਚ ਦੱਸਦਾ ਹੈ, ਪਰ ਜਦ ਇਹ ਇੱਕ ਕੌਮ ਦਾ ਰੂਪ ਧਾਰਨ ਕਰਦਾ ਹੈ ਤਾਂ ਇਹ ਇੱਕ ਵਿਸ਼ੇਸ਼ ਰਾਜਨੀਤਿਕ ਲਕਸ਼ ਵੀ ਸਾਹਮਣੇ ਰੱਖਦਾ ਹੈ। ਦੁਨੀਆ ਵਿੱਚ ਕੁਝ ਕੌਮਾਂ ਆਪਣੇ ਕੌਮੀ ਰਾਜ ਸਥਾਪਿਤ ਕਰ ਚੁੱਕੀਆਂ ਹਨ ਤੇ ਕੁਝ ਕੌਮਾਂ ਰਾਜ ਲਈ ਲੜ ਰਹੀਆਂ ਹਨ।
ਲੜ ਰਹੀ ਕੌਮ ਆਪਣੇ ਉੱਤੇ ਕਾਬਜ ਕੌਮ ਤੋਂ ਆਜ਼ਾਦੀ ਮੰਗਦੀ ਹੈ ਤੇ ਕਾਬਜ ਕੌਮ ਆਪਣੀ ਸਰਕਾਰ ਰਾਹੀਂ ਉਸ ਕੌਮ ਨੂੰ ਦਬਾਉਂਦੀ ਹੈ। ਲੜ ਰਹੀ ਕੌਮ ਦਾ ਇੱਕਦਮ ਵਾਹ ਵਾਸਤਾ ਸਾਹਮਣੇ ਦਿਖਦੀ ਸਰਕਾਰ ਨਾਲ ਪੈਂਦਾ ਹੈ, ਪਰ ਜਦ ਲੜਾਈ ਸ਼ੁਰੂ ਹੁੰਦੀ ਹੈ ਤਾਂ ਕਾਬਜ ਕੌਮ ਆਪਣੀ ਸਰਕਾਰ ਦੀ ਪਿੱਠ ਤੇ ਪੂਰੀ ਤਰ੍ਹਾਂ ਖੜ ਜਾਂਦੀ ਹੈ। ਇਸ ਮੌਕੇ ਤੇ ਲੜ ਰਹੀ ਕੌਮ ਦੀ ਵਿਰੋਧਤਾਈ ਸਰਕਾਰ ਰਾਹੀਂ ਦਬਾ ਰਹੀ ਕੌਮ ਨਾਲ ਬਣਦੀ ਹੈ। ਜਿਹੜੀਆਂ ਕੌਮਾਂ ਆਪਣੀ ਲੜਾਈ ਨੂੰ ਸਰਕਾਰੀ ਮਸ਼ੀਨਰੀ ਨਾਲ ਝਗੜੇ ਤੱਕ ਸੀਮਿਤ ਰੱਖਦੀਆਂ ਹਨ, ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਅਮਨ ਕਾਨੂੰਨ ਦੇ ਮਸਲੇ ਦੀ ਤਰ੍ਹਾਂ ਵਿਚਾਰੀਆਂ ਜਾਂਦੀਆਂ ਹਨ। ਪਿਛਲੇ ਸਮੇਂ ਵਿੱਚ ਖਾੜਕੂ ਧਿਰਾਂ ਭਾਰਤ ਸਰਕਾਰ ਵਿਰੁੱਧ ਲੜੀਆਂ ਤਾਂ ਪਹਿਲੇ ਦੌਰ ਵਿੱਚ ਸਰਕਾਰ ਨੇ ਫੌਜ ਰਾਹੀਂ ਆਪਰੇਸ਼ਨ ਬਲੂ ਸਟਾਰ ਤੇ ਵੁੱਡ ਰੋਜ਼ ਰਾਹੀਂ ਸਿੱਖਾਂ ਤੇ ਵਾਰ ਕੀਤਾ। ਇਸ ਦੇ ਬਦਲੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ। ਇਹ ਇੱਕ ਸਿਆਸੀ ਕਤਲ ਸੀ। ਭਾਰਤੀ ਕੌਮ ਦੇ ਸਿਆਸੀ ਕੇਂਦਰ ਉੱਤੇ ਹੋਏ ਹਮਲੇ ਦਾ ਕੌਮੀ ਪੱਧਰ ਤੇ ਜਵਾਬ ਦਿੰਦਿਆਂ ਭਾਰਤੀਆਂ ਨੇ ਸਿੱਖਾਂ ਦਾ ਸਮੂਹਕ ਕਤਲੇਆਮ ਕੀਤਾ। ਇਹ ਇੱਕ ਮੋੜ ਸੀ ਜਦ ਭਾਰਤੀ ਕੌਮ ਰਾਜ ਮਸ਼ੀਨਰੀ ਦੀ ਪਿੱਠ ਤੇ ਪੂਰੀ ਕੌਮੀ ਜਨੂੰਨ ਨਾਲ ਖੜੀ ਹੋ ਕੇ ਸਿੱਖਾਂ ਵਿਰੁੱਧ ਲੜਨ ਲਈ ਮੈਦਾਨ ਵਿੱਚ ਨਿਤਰੀ। ਉਸ ਦਿਨ ਤੋਂ ਅੱਜ ਤੱਕ ਹਰੇਕ ਭਾਰਤੀ ਚੇਤਨ ਤੌਰ ਤੇ ਸਿੱਖ ਸੰਘਰਸ਼ ਦੇ ਵਿਰੁੱਧ ਡਟਿਆ ਪਿਆ ਹੈ। ਇਸੇ ਕਾਰਨ ਤਮਾਮ ਕੌਮੀ ਰਾਜਨੀਤਿਕ ਪਾਰਟੀਆਂ ਉਹਨਾਂ ਬਹੁ ਗਿਣਤੀ ਭਾਰਤੀ ਵਰਗ ਦੀਆਂ ਭਾਵਨਾਵਾਂ ਸਾਹਮਣੇ ਗੋਡੇ ਟੇਕ ਕੇ ਸਿੱਖਾਂ ਉੱਤੇ ਹੋਏ ਜ਼ੁਲਮ ਦੀ ਸਿੱਧੀ ਜਾਂ ਅਸਿੱਧੀ ਹਾਮੀ ਭਰ ਰਹੀਆਂ ਹਨ। ਸਿੱਖਾਂ ਵਿਰੁੱਧ ਭਾਰਤੀ ਕੌਮ ਦੀ ਇਕਜੁੱਟਤਾ ਦੇ ਜਵਾਬ ਵਿੱਚ ਸਿੱਖਾਂ ਅੰਦਰ ਕੌਮੀ ਰਾਜਨੀਤਿਕ ਜਾਗਰੂਕਤਾ ਨਹੀਂ ਆ ਸਕੀ। ਇਸ ਦੇ ਦੋ ਕਾਰਨ ਹਨ। ਇੱਕ ਤਾਂ ਖਾੜਕੂਆਂ ਵੱਲੋਂ ਕੌਮੀ ਵਿਰੋਧਤਾਈ ਨੂੰ ਗਲਤ ਤਰੀਕੇ ਨਾਲ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਵੱਲੋਂ ਭਾਰਤੀ ਗਰੀਬਾਂ ਨੂੰ ਗੱਡੀਆਂ ਬੱਸਾਂ ਵਿੱਚ ਮਾਰ ਕੇ ਬਦਲੇ ਦੀ ਕਾਰਵਾਈ ਕੀਤੀ ਗਈ। ਸਿੱਖ ਧਰਮੀ ਲੋਕ ਹੁੰਦੇ ਹਨ, ਇਸ ਕਰਕੇ ਉਹਨਾਂ ਇਸ ਰਸਤੇ ਨੂੰ ਅਪਰਵਾਨ ਕਰਕੇ ਨਿਰਦੋਸ਼ ਭਾਰਤੀਆਂ ਨਾਲ ਹਮਦਰਦੀ ਜਤਾਈ, ਜੋ ਕਿ ਕੁਦਰਤੀ ਵਰਤਾਰਾ ਸੀ। ਦੂਜਾ ਕੰਮ ਸਿੱਖ ਸਿਆਸੀ ਲੀਡਰਸ਼ਿਪ ਦਾ ਸੀ। ਉਹ ਆਪਣਾ ਬਣਦਾ ਫਰਜ਼ ਨਾ ਨਿਭਾ ਸਕੇ। ਦਿੱਲੀ ਵਿੱਚ ਸਿੱਖਾਂ ਦੇ ਕੀਤੇ ਕਤਲੇਆਮ ਦੀ ਭਾਵੇਂ ਕਈ ਭਾਰਤੀ ਰਾਜਨੀਤੀਵਾਨਾਂ ਨੇ ਦੱਬਵੀਂ ਆਲੋਚਨਾ ਕੀਤੀ ਸੀ, ਪਰ ਉਹਨਾਂ ਸਿੱਖਾਂ ਨੂੰ ਗੁਲਾਮ ਰੱਖਣ ਦੀ ਕੌਮੀ ਭਾਰਤੀ ਭਾਵਨਾ ਨੂੰ ਕਦੇ ਵੀ ਕਮਜ਼ੋਰ ਨਹੀਂ ਸੀ ਹੋਣ ਦਿੱਤਾ। ਪਰ ਸਿੱਖ ਸਿਆਸਤਦਾਨਾਂ ਨੇ ਖਾੜਕੂਆਂ ਵੱਲੋਂ ਕੀਤੇ ਗਲਤ ਢੰਗ ਦੇ ਵਾਰ ਦੀ ਆਲੋਚਨਾ ਕਰਦਿਆਂ ਸਿੱਖਾਂ ਦੇ ਗੁਲਾਮ ਰੁਤਬੇ ਦੀ ਲਗਾਤਾਰ ਪ੍ਰੋੜਤਾ ਕੀਤੀ ਤੇ ਸਿੱਖ ਮਾਨਸਿਕਤਾ ਅੰਦਰ ਇਹ ਗੱਲ ਜ਼ੋਰ ਨਾਲ ਭਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਭਾਰਤੀ ਲੋਕਾਂ ਨਾਲ ਕੋਈ ਝਗੜਾ ਨਹੀਂ ਹੈ, ਐਵੇਂ ਪ੍ਰਬੰਧਕਾਂ ਨਾਲ ਮਾੜੀ ਮੋਟੀ ਨਾਰਾਜ਼ਗੀ ਹੈ। ਇਸ ਤਰ੍ਹਾਂ ਦੋਵੇਂ ਧਿਰਾਂ ਕੌਮੀ ਚੇਤਨਤਾ ਪੈਦਾ ਕਰਨ ਵਿੱਚ ਨੁਕਸਦਾਰ ਪਹੁੰਚ ਅਖਤਿਆਰ ਕਰ ਗਈਆਂ। ਚਾਹੀਦਾ ਤਾਂ ਇਹ ਸੀ ਕਿ ਜਮਹੂਰੀ ਢੰਗ ਨਾਲ ਹਰੇਕ ਭਾਰਤੀ ਤੇ ਸਵਾਲ ਕੀਤਾ ਜਾਂਦਾ ਕਿ ਉਹ ਸਾਨੂੰ ਗੁਲਾਮ ਬਣਾਈ ਰੱਖਣ ਲਈ ਇਸ ਅਸਭਿਅਕ ਤਰੀਕੇ ਨਾਲ ਕੀ ਦਿਲੋਂ ਸਹਿਮਤ ਹਨ, ਅਤੇ ਜੇਕਰ ਸਹਿਮਤ ਹਨ ਤਾਂ ਸਾਡੀ ਕੌਮ ਤੋਂ ਤੁਸੀਂ ਕਿਹੋ ਜਿਹੇ ਸਬੰਧਾਂ ਦੀ ਆਸ ਰੱਖਦੇ ਹੋ। ਅੱਜ ਉਸ ਘਾਟ ਨੂੰ ਪੂਰੀਆਂ ਕਰਨ ਲਈ ਸਾਨੂੰ ਜ਼ਿਆਦਾ ਜ਼ੋਰ ਨਾਲ ਕੰਮ ਕਰਨਾ ਪਵੇਗਾ। ਅੱਜ ਭਾਰਤੀ ਲੋਕ ਦੂਜੀਆਂ ਘੱਟ ਗਿਣਤੀ ਕੌਮਾਂ ਨੂੰ ਦਿੱਤੀਆਂ ਕੁਝ ਰਿਆਇਤਾਂ ਵੀ ਵਾਪਸ ਲੈਣ ਲਈ ਉਤਾਰੂ ਹਨ। ਇਸ ਲਈ ਉਹ ਬੀਜੇਪੀ ਨੂੰ ਭਾਰਤ ਦੀ ਵਾਗਡੋਰ ਦੇਣ ਲਈ ਵੀ ਸੋਚ ਰਹੇ ਹਨ। ਬਾਬਰੀ ਮਸਜਿਦ ਢਹਿਣ ਨਾਲ ਇਸ ਖਿੱਤੇ ਅੰਦਰਲੇ ਮੁਸਲਮਾਨ ਇੱਕ ਧਾਰਮਿਕ ਇਕਾਈ ਦੀ ਥਾਂ ਕੌਮੀ ਇਕਾਈ ਦਾ ਰੂਪ ਧਾਰਨ ਕਰਨ ਜਾ ਰਹੇ ਹਨ। ਜੇਕਰ ਲਾਲ ਕਿਲ੍ਹੇ ਉੱਤੇ ਭਗਵਾਂ ਝੰਡਾ ਲਹਿਰਾਉਣ ਵਿੱਚ ਬੀਜੇਪੀ ਦੀ ਕਾਮਯਾਬ ਹੋ ਜਾਂਦੀ ਹੈ ਤਾਂ ਈਸਾਈ ਲੋਕ ਵੀ ਕੌਮੀ ਰਾਜਨੀਤਿਕ ਇਕਾਈ ਦਾ ਰੂਪ ਧਾਰਨ ਕਰ ਜਾਣਗੇ। ਇਸ ਤਰ੍ਹਾਂ ਅਸਲ ਵਿਰੋਧਤਾਈ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ। ਸੋ ਸਾਨੂੰ ਸਿਰਫ ਅਮਨ ਕਾਨੂੰਨ ਦੀ ਸਮੱਸਿਆ ਖੜੀ ਕਰਦੇ ਰਹਿਣ ਦੀ ਥਾਂ ਅਸਲ ਸਮਾਜਿਕ ਸਮੱਸਿਆ ਨੂੰ ਹੱਥ ਪਾਉਣਾ ਪਵੇਗਾ ਅਤੇ ਸਿੱਖ ਕੌਮ ਤੇ ਭਾਰਤੀ ਕੌਮ ਦੀ ਵਿਰੋਧਤਾਈ ਦੀ ਹੇਠਾਂ ਤੱਕ ਵਿਆਖਿਆ ਕਰਨੀ ਪਵੇਗੀ। ਸਾਡੀ ਲੜਾਈ ਕਿਸੇ ਫੌਜ ਜਾਂ ਪੁਲਿਸ ਨਾਲ ਨਹੀਂ ਹੈ। ਅਸੀਂ ਤਾਂ ਭਾਰਤੀ ਕੌਮ ਤੋਂ ਵੱਖਰਾ ਇੱਕ ਕੌਮੀ ਰਾਜ ਚਾਹੁੰਦੇ ਹਾਂ ਅਤੇ ਭਾਰਤੀ ਕੌਮੀ ਫੌਜ ਪੁਲਿਸ ਰਾਹੀਂ ਸਾਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ।
ਸਾਨੂੰ ਇਹ ਮੁੱਦਾ ਪ੍ਰਚੰਡ ਕਰਨਾ ਪਵੇਗਾ ਤੇ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਇਸ ਵਿਰੋਧਤਾਈ ਨੂੰ ਲੋਕ ਵਿਰੋਧਤਾਈ ਵਿੱਚ ਬਦਲਣੋਂ ਨਾ ਝਿਜਕੀਏ। ਭਾਰਤੀ ਲੋਕ ਕਿਸੇ ਤਰ੍ਹਾਂ ਦਾ ਓਹਲਾ ਨਹੀਂ ਰੱਖ ਰਹੇ ਕਿ ਉਹ ਸਾਡੀ ਆਜ਼ਾਦੀ ਲਈ ਲੜੀ ਜਾ ਰਹੀ ਜੰਗ ਦੀ ਹਰ ਤਰੀਕੇ ਨਾਲ ਵਿਰੋਧਤਾ ਕਰਨ ਲਈ ਤਿਆਰ ਹਨ, ਪਰ ਅਸੀਂ ਉਹਨਾਂ ਤੋਂ ਸੰਗਦੇ ਜਾਂ ਡਰਦੇ ਇਹ ਆਖਣ ਲਈ ਤਿਆਰ ਨਹੀਂ ਕਿ ਭਲੇ ਮਾਨਸੋ ਸਾਡਾ ਖਹਿੜਾ ਛੱਡੋ, ਅਸੀਂ ਆਜ਼ਾਦੀ ਚਾਹੁੰਦੇ ਹਾਂ। ਇਸ ਪੜਾਅ ਵਿੱਚ ਸਾਨੂੰ ਪੂਰੀ ਤਰ੍ਹਾਂ ਜਮਹੂਰੀ ਤੇ ਮਾਨਵਵਾਦੀ ਪਹੁੰਚ ਅਖਤਿਆਰ ਕਰਨੀ ਪਵੇਗੀ ਅਤੇ ਭਾਰਤੀ ਕੌਮ ਵੱਲੋਂ ਭੜਕਾਉਣ ਦੇ ਬਾਵਜੂਦ ਦੁਨੀਆ ਨੂੰ ਆਪਣੀ ਗੱਲ ਸ਼ਾਂਤੀ ਨਾਲ ਸਮਝਾਉਣੀ ਪਵੇਗੀ। ਇਸ ਸਟੇਜ ਤੇ ਭਾਰਤੀ ਕੌਮ ਹਮਲਾਵਰ ਰਸਤਾ ਅਖਤਿਆਰ ਕਰੇਗੀ ਤੇ ਦੁਨੀਆ ਦੀਆਂ ਨਜ਼ਰਾਂ ਵਿੱਚ ਨੰਗੀ ਹੋਵੇਗੀ। ਫਿਰ ਉਸ ਦੀਆਂ ਫੌਜਾਂ ਵੀਅਤਨਾਮ ਤੇ ਅਫਗਾਨਿਸਤਾਨ ਵਿਚਲੀਆਂ ਵਿਦੇਸ਼ੀ ਫੌਜਾਂ ਦੀ ਤਰ੍ਹਾਂ ਦੁਨੀਆ ਵਿੱਚ ਸਮਝੀਆਂ ਜਾਣਗੀਆਂ। ਦੁਨੀਆ ਦੀ ਰਾਏ ਆਮਾ ਸਾਡੇ ਹੱਕਾਂ ਵਿੱਚ ਹੋਵੇਗੀ। ਉਸ ਸਮੇਂ ਤੱਕ ਭਾਰਤੀ ਕੌਮ ਮੁਸਲਮ ਤੇ ਈਸਾਈ ਲੋਕਾਂ ਨਾਲ ਉਲਝ ਚੁੱਕੀ ਹੋਵੇਗੀ। ਧਰਮ ਤੇ ਰਾਜਸੀ ਵਿਹਾਰ ਦਾ ਆਪਸੀ ਰਿਸ਼ਤਾ। ਧਰਮ ਵਿਅਕਤੀ ਦੀ ਸਮੁੱਚੀ ਸੋਚ ਤੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਰਾਜਸੀ ਵਿਹਾਰ ਇਸ ਜੀਵਨ ਜਾਚ ਦਾ ਇੱਕ ਅੰਗ ਹੈ, ਕਿਉਂਕਿ ਸਾਡੇ ਅੰਦਰ ਚਲੇ ਆ ਰਹੇ ਧਾਰਮਿਕ ਸੰਸਕਾਰਾਂ ਦੇ ਮਤਭੇਦ ਸਾਡੇ ਰਾਜਨੀਤਿਕ ਕਾਰ ਵਿਹਾਰ ਨੂੰ ਸੂਤਰਬੱਧ ਕਰ ਰਹੇ ਹਨ। ਇਸ ਕਰਕੇ ਇਸ ਗੱਲ ਤੋਂ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ। ਹਰੇਕ ਵੈਦਿਕ ਬੰਦਾ ਵੱਖਰੀ ਰਾਜਨੀਤਿਕ ਤੇ ਕੌਮੀ ਇਕਾਈ ਦਾ ਅੰਗ ਹੈ ਤੇ ਗੁਰਬਾਣੀ ਦਾ ਓਟ ਆਸਰਾ ਲੈਣ ਵਾਲਾ ਹਰੇਕ ਸਿੱਖ ਇੱਕ ਵੱਖਰੀ ਕੌਮ ਦਾ ਹਿੱਸਾ ਹੈ। ਇਸ ਆਧਾਰ ਤੇ ਉਹ ਘਸੀਆਂ ਪਟੀਆਂ ਦਲੀਲਾਂ ਜੋ ਮੁਸਲਮ ਵਿਰੋਧ ਵਿੱਚੋਂ ਮਿਲੀਆਂ ਸਨ ਛੱਡ ਦੇਣੀਆਂ ਚਾਹੀਦੀਆਂ ਹਨ ਕਿ ਹਿੰਦੂ ਸਿੱਖਾਂ ਦਾ ਲਹੂ ਮਾਸ ਦਾ ਰਿਸ਼ਤਾ ਹੈ, ਸਾਡੀ ਸਮੁੱਚੀ ਮਾਨਵਤਾ ਨਾਲ ਚੰਗਾ ਸਮਾਜਿਕ ਰਿਸ਼ਤਾ ਹੈ ਤੇ ਭਾਰਤੀਆਂ ਨਾਲ ਵੀ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਬਾਕੀ ਕੌਮਾਂ ਦੇ ਚੰਗੇ ਗਵਾਂਢੀ ਬਣ ਸਕਦੇ ਹਾਂ ਤਾਂ ਭਾਰਤੀ ਕੌਮ ਦੇ ਵੀ ਚੰਗੇ ਗਵਾਂਢੀ ਦੇ ਤੌਰ ਤੇ ਸਤਿਕਾਰ ਕਰਾਂਗੇ। ਜਥੇਬੰਦਕ ਸਰੂਪ ਕੀ ਹੋਵੇ? ਹਰੇਕ ਜੱਦੋ-ਜਹਿਦ ਲਈ ਤਿੰਨ ਪੱਖਾਂ ਦਾ ਸਮਤੋਲ ਜ਼ਰੂਰੀ ਹੈ: ਵਿਚਾਰ, ਲਹਿਰ ਤੇ ਪਾਰਟੀ। ਚਾਹੇ ਦੇਖਣ ਨੂੰ ਇਹ ਤਿੰਨੇ ਚੀਜ਼ਾਂ ਇੱਕ ਦੂਜੇ ਦੇ ਵਿੱਚੋਂ ਹੀ ਮਿਲ ਜਾਂਦੀਆਂ ਹਨ, ਪਰ ਇਹਨਾਂ ਦੀ ਸਪਸ਼ਟਤਾ ਸੰਘਰਸ਼ ਨੂੰ ਮਜ਼ਬੂਤ ਕਰਦੀ ਹੈ। ਸਾਨੂੰ ਇਹਨਾਂ ਤਿੰਨਾਂ ਪੱਖਾਂ ਤੇ ਬਕਾਇਦਾ ਧਿਆਨ ਕੇਂਦਰਿਤ ਕਰਨਾ ਪਵੇਗਾ। ਇਸ ਸੌੜੇਪਣ ਤੋਂ ਉੱਪਰ ਉੱਠਣਾ ਪਵੇਗਾ ਕਿ ਤਕਨੀਕੀ ਤੌਰ ਤੇ ਇਹ ਤਿੰਨੇ ਚੀਜ਼ਾਂ ਜ਼ਰੂਰੀ ਹੀ ਇਕੱਠੀਆਂ ਚੱਲਣ। ਸਾਨੂੰ ਇਹ ਲਚਕ ਰੱਖਣੀ ਪਵੇਗੀ ਕਿ ਸਾਰੇ ਸਿੱਖਾਂ ਦੇ ਆਜ਼ਾਦੀ ਪ੍ਰਤੀ ਇੱਕ ਵਿਚਾਰ ਹੋਣ ਤੇ ਵੀ ਜ਼ਰੂਰੀ ਨਹੀਂ ਕਿ ਉਹ ਇਕਜੁੱਟ ਲਹਿਰ ਵਿੱਚ ਸ਼ਰੀਕ ਹੋਣ, ਤੇ ਲਹਿਰ ਵਿੱਚ ਸ਼ਾਮਲ ਸਾਰੇ ਸਿੱਖ ਜ਼ਰੂਰੀ ਨਹੀਂ ਕਿ ਇੱਕ ਪਾਰਟੀ ਵਿੱਚ ਸ਼ਾਮਲ ਹੋਣ। ਆਜ਼ਾਦੀ ਦਾ ਵਿਚਾਰ ਕੌਮੀ ਵਿਚਾਰ ਬਣ ਜਾਵੇ। ਇਸ ਲਈ ਸਾਨੂੰ ਸਰਗਰਮੀਆਂ ਕਰਦਿਆਂ ਲਹਿਰ ਦੇ ਜਥੇਬੰਦਕ ਸਰੂਪ ਬਾਰੇ ਕੱਟੜਤਾ ਤੋਂ ਬਚਣਾ ਪਵੇਗਾ, ਕਿਉਂਕਿ ਅੱਜ ਵੀ ਆਜ਼ਾਦੀ ਦੀ ਪ੍ਰਾਪਤੀ ਲਈ ਖਾੜਕੂ ਤੇ ਜਮਹੂਰੀ ਦੋ ਤਰੀਕੇ ਸੁਝਾਏ ਜਾ ਸਕਦੇ ਹਨ। ਸਾਨੂੰ ਇੱਕ ਦੂਜੇ ਨੂੰ ਇਹ ਰਿਆਇਤ ਦੇ ਕੇ ਵੀ ਆਜ਼ਾਦੀ ਦੇ ਵਿਚਾਰ ਨੂੰ ਫੈਲਣ ਦੇਣਾ ਚਾਹੀਦਾ ਹੈ। ਰਵਾਇਤੀ ਅਕਾਲੀ ਆਗੂਆਂ ਦਾ ਇੱਕ ਹਿੱਸਾ ਆਪਣੇ ਢੰਗ ਨਾਲ ਆਜ਼ਾਦੀ ਦਾ ਵਿਚਾਰ ਪੇਸ਼ ਕਰ ਸਕਦਾ ਹੈ ਤੇ ਉਹਨਾਂ ਨੂੰ ਆਪਣੇ ਢੰਗ ਨਾਲ ਆਜ਼ਾਦੀ ਦੇ ਵਿਚਾਰ ਪੇਸ਼ ਕਰਨ ਦੇਣੇ ਚਾਹੀਦੇ ਹਨ। ਲਹਿਰ ਅੰਦਰ ਵੱਖ-ਵੱਖ ਪਾਰਟੀਆਂ ਦੇ ਚੱਲਣ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ ਤੇ ਇੱਕ ਦੂਜੀ ਪਾਰਟੀ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਆਮ ਮਾਨਵੀ ਸੁਭਾਅ ਦੇ ਕੁਦਰਤੀ ਪ੍ਰਤੀਨਿਧਵ ਨੁਮਾਇੰਦਗੀ ਕਰਦੇ ਰਾਜਨੀਤਿਕ ਰੁਝਾਨ ਸਾਡੇ ਵਿੱਚੋਂ ਵੀ ਪ੍ਰਗਟ ਹੋਣਗੇ। ਸਾਡੇ ਵਿੱਚੋਂ ਮਾਰ ਕੇ ਬਾਜ਼ ਰੁਝਾਨ ਵਾਲੇ ਵਿਚਾਰ ਵੀ ਪੈਦਾ ਹੋਣਗੇ, ਦਾਨੇ ਰੁਝਾਨ ਵੀ ਪੈਦਾ ਹੋਣਗੇ ਤੇ ਡਰਪੋਕ ਰੁਝਾਨ ਵੀ ਪੈਦਾ ਹੋਣਗੇ। ਅਸੀਂ ਉਹਨਾਂ ਦਾ ਤਾਲਮੇਲ ਬਿਠਾ ਕੇ ਕੌਮੀ ਮੋਰਚਾ ਉਸਾਰਨਾ ਹੈ ਤੇ ਕੌਮੀ ਆਜ਼ਾਦੀ ਪ੍ਰਾਪਤ ਕਰਨੀ ਹੈ। ਆਪੋ ਆਪਣੀ ਪਾਰਟੀ ਤੇ ਵਿਚਾਰ ਨੂੰ ਦਰੁਸਤ ਸਮਝਦਿਆਂ ਦੂਜਿਆਂ ਨੂੰ ਆਪਣਾ ਵਿਚਾਰ ਤੇ ਪਾਰਟੀ ਕਾਇਮ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇੱਕ ਦੂਜੇ ਨਾਲ ਬਹਿਸ ਮੁਸਾਬਾ ਤੇ ਏਕਤਾ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਇਸ ਵਾਸਤੇ ਜਿਹੜੇ ਲੋਕ ਜਮਹੂਰੀ ਸਿੱਖ ਕੌਮੀ ਮੋਰਚਾ ਉਸਾਰਨਾ ਚਾਹਣ, ਉਹਨਾਂ ਨੂੰ ਇੱਕ ਜਮਹੂਰੀ ਸਿੱਖ ਪਾਰਟੀ ਦੀ ਉਸਾਰੀ ਕਰਨੀ ਪਵੇਗੀ ਜੋ ਸਪਸ਼ਟ ਤੌਰ ਤੇ
ਕੌਮੀ ਆਜ਼ਾਦੀ ਦਾ ਟੀਚਾ ਮਿਥੇ ਤੇ ਕੌਮੀ ਵਿਰੋਧਤਾਈਆਂ ਸਪਸ਼ਟ ਕਰੇ। ਇਸ ਤੋਂ ਬਾਅਦ ਗਰਮ ਤੇ ਸਰਦ ਦੋਹਾਂ ਧੜਿਆਂ ਨਾਲ ਸੰਭਵ ਤਾਲਮੇਲ ਰੱਖਣ ਦਾ ਮਾਹੌਲ ਪੈਦਾ ਕਰਨਾ ਪਵੇਗਾ। ਅਖੀਰ ਵਿੱਚ ਭਾਰਤੀ ਕੌਮ ਨਾਲ ਮੁੱਖ ਵਿਰੋਧਤਾਈ ਰੱਖਦਿਆਂ ਭਾਰਤ ਅੰਦਰਲੀਆਂ ਹੋਰਨਾਂ ਕੌਮਾਂ ਨਾਲ ਸਾਂਝਾ ਮੋਰਚਾ ਉਸਾਰਨ ਦੀ ਲਾਈਨ ਲੈਣੀ ਪਵੇਗੀ। ਜਨਤਕ ਲਾਮਬੰਦੀ, ਵਿਰੋਧਤਾਈ ਦੀ ਸਪਸ਼ਟਤਾ ਤੇ ਸਾਂਝਾ ਮੋਰਚਾ ਜਿੱਤ ਦੀ ਗਾਰੰਟੀ ਹੋਵੇਗਾ। ਨੰਬਰ 7, ਖਾਲਿਸਤਾਨ ਦੀ ਬੁਨਿਆਦ ਮਜ਼ਬੂਤ ਕਰੋ। ਲਿਬਰੇਸ਼ਨ ਖਾਲਿਸਤਾਨ ਸਾਲ ਪਹਿਲਾ, ਨੰਬਰ ਪਹਿਲਾ, ਜਨਵਰੀ 1992। ਦੁਨੀਆ ਵਿੱਚ ਕਾਰਨ ਤੇ ਪ੍ਰਭਾਵ ਦਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ। ਹਰ ਘਟਨਾ ਦੇ ਪੈਦਾ ਹੋਣ ਦਾ ਜੋ ਕਾਰਨ ਹੁੰਦਾ ਹੈ, ਉਸ ਦੇ ਪ੍ਰਭਾਵ ਉੱਤੇ ਉਸ ਦੀ ਛਾਪ ਜ਼ਰੂਰੀ ਹੁੰਦੀ ਹੈ। ਅਸੀਂ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਬਚ ਨਹੀਂ ਸਕਦੇ। ਜੇਕਰ ਇੱਕ ਸਿੱਖ ਅੰਦਰ ਖਾਲਿਸਤਾਨ ਪ੍ਰਤੀ ਤਾਂਘ ਉਸ ਅੰਦਰ ਗੁਰਬਾਣੀ ਜਾਂ ਸਿੱਖ ਫਿਲਾਸਫੀ ਰਾਹੀਂ ਉੱਭਰਦੀ ਹੈ ਤਾਂ ਉਸ ਦੀਆਂ ਸਰਗਰਮੀਆਂ ਉੱਪਰ ਸਿੱਖੀ ਦੀ ਸਿਧਾਂਤਕ ਛਾਪ ਤੁਹਾਨੂੰ ਦਿਖਾਈ ਦੇਵੇਗੀ। ਪਰ ਜੇਕਰ ਇੱਕ ਸਿੱਖ ਅੰਦਰ ਖਾਲਿਸਤਾਨ ਪ੍ਰਤੀ ਝੁਕਾਅ ਵਿਰੋਧੀ ਦੇ ਦਮਨ ਜਾਂ ਰਾਜਨੀਤਿਕ ਘਟਨਾ ਚੱਕਰ ਵਿੱਚੋਂ ਜਾਂ ਆਰਥਿਕ ਵਿਤਕਰੇਬਾਜ਼ੀ ਦੇ ਫਲਸਰੂਪ ਪੈਦਾ ਹੋਵੇ ਤਾਂ ਉਸ ਦੀਆਂ ਸਰਗਰਮੀਆਂ ਉੱਪਰ ਉਸੇ ਤਰ੍ਹਾਂ ਰਾਜਨੀਤਿਕ ਜਾਂ ਆਰਥਿਕ ਛਾਪ ਤੁਹਾਨੂੰ ਦੇਖਣ ਨੂੰ ਮਿਲੇਗੀ। ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਅੰਦਰ ਖਾਲਿਸਤਾਨ ਦੀ ਧਾਰਨਾ ਉਹਨਾਂ ਵੱਲੋਂ ਕੀਤੇ ਗੁਰਬਾਣੀ ਦੇ ਅਧਿਐਨ ਵਿੱਚੋਂ ਪੈਦਾ ਹੋਈ ਸੀ। ਇਸੇ ਲਈ ਉਹਨਾਂ ਦੀਆਂ ਖਾਲਿਸਤਾਨ ਪ੍ਰਤੀ ਸਰਗਰਮੀਆਂ ਉੱਪਰ ਗੁਰਬਾਣੀ ਦੀ ਮੋਹਰ ਸੀ ਤੇ ਉਹ ਹਰੇਕ ਸਿੱਖ ਨੂੰ ਖਾਲਿਸਤਾਨੀ ਬਣਨ ਦੇ ਲਈ ਗੁਰਬਾਣੀ ਦੇ ਲੜ ਲੱਗਣ ਦੀ ਪ੍ਰੇਰਦੇ ਸਨ। ਅੱਜ ਅਨੇਕਾਂ ਲੋਕਾਂ ਦੇ ਖਾਲਿਸਤਾਨ ਦੇ ਨਾਅਰੇ ਤੇ ਤੁਹਾਨੂੰ ਗੁਰਬਾਣੀ ਦੇ ਅਕਸ ਦਿਖਾਈ ਦੇਣਗੇ, ਪਰ ਦਿੱਲੀ ਦਰਬਾਰ ਵੱਲੋਂ ਭਿੰਡਰਾਂਵਾਲਿਆਂ ਦੀ ਇਸ ਜ਼ੋਰ ਫੜ ਲਈ ਲਹਿਰ ਨੂੰ ਕੁਚਲਣ ਲਈ ਜਦ ਹਥਿਆਰਬੰਦ ਧਾਵਾ ਬੋਲਿਆ ਗਿਆ ਤਾਂ ਬੜੀ ਵੱਡੀ ਪੱਧਰ ਤੇ ਸਿੱਖਾਂ ਦੀ ਸੋਚ ਤੇ ਇਸ ਦਾ ਅਸਰ ਹੋਇਆ। ਖਾਲਿਸਤਾਨੀ ਲਹਿਰ ਵਿੱਚ ਸ਼ਾਮਲ ਹੋਏ ਇਹ ਇਮਾਨਦਾਰ ਕੁਰਬਾਨੀ ਵਾਲੇ ਕਾਫਲੇ ਮੁੱਢਲੇ ਰੂਪ ਵਿੱਚ ਦੁਸ਼ਮਣ ਦੇ ਹਥਿਆਰਬੰਦ ਹਮਲੇ ਤੋਂ ਪ੍ਰਭਾਵਿਤ ਸਨ। ਇਸ ਕਾਰਨ ਇਹਨਾਂ ਮਹਾਨ ਯੋਧਿਆਂ ਤੇ ਉਸ ਕਾਰਨ ਦਾ ਪ੍ਰਭਾਵ ਸਪਸ਼ਟ ਸੀ ਤੇ ਇਹ ਲਹਿਰ ਸਿੱਖੀ ਤੇ ਗੁਰਬਾਣੀ ਨੂੰ ਮੰਨਦੀ ਹੋਈ ਵੀ ਹਥਿਆਰਾਂ ਦੀ ਪ੍ਰਮੁੱਖਤਾ ਉੱਤੇ ਜ਼ੋਰ ਦਿੰਦੀ ਸੀ। ਇਹ ਸਭ ਕੁਝ ਕੁਦਰਤੀ ਵਰਤਾਰਾ ਸੀ, ਕਿਉਂਕਿ ਦੁਸ਼ਮਣ ਨੇ ਸਾਨੂੰ ਚੈਲੰਜ ਕੀਤਾ ਸੀ ਤੇ ਉਸ ਨੇ ਸਾਨੂੰ ਹਥਿਆਰਾਂ ਦੇ ਜ਼ੋਰ ਖਤਮ ਕਰਨ ਦਾ ਬੀੜਾ ਚੁੱਕਿਆ ਸੀ ਤੇ ਅਸੀਂ ਉਸ ਦਾ ਚੈਲੰਜ ਕਬੂਲ ਕਰਦਿਆਂ ਉਸ ਦਾ ਹਥਿਆਰਬੰਦ ਮੁਕਾਬਲਾ ਕਰਨ ਦਾ ਅਹਿਦ ਕੀਤਾ ਸੀ। ਹਥਿਆਰ ਭਿੰਡਰਾਂ ਵਾਲਿਆਂ ਨੇ ਵੀ ਉਠਾਏ ਸਨ ਅਤੇ ਸਿੱਖ ਕੌਮ ਨੂੰ ਉਠਾਉਣ ਦੀ ਪ੍ਰੇਰਨਾ ਦਿੱਤੀ ਸੀ, ਪਰ ਉਹ ਗੁਰਬਾਣੀ ਦੇ ਪਹਿਰੇ ਦੇ ਹੇਠ ਰਹਿਣ ਦੀ ਤਾਕੀਦ ਕਰਦੇ ਸਨ। ਦੁਸ਼ਮਣ ਨੇ ਸਾਨੂੰ ਜਿਸ ਕਮੀਨਗੀ ਨਾਲ ਖਤਮ ਕਰਨ ਦਾ ਯਤਨ ਕੀਤਾ, ਉਸ ਤੋਂ ਗੁੱਸਾ ਖਾ ਕੇ ਅਨੇਕਾਂ ਸਿੱਖੀ ਤੋਂ ਤੇ ਗੁਰਬਾਣੀ ਤੋਂ ਬੇਮੁਖ ਹੋਏ ਲੋਕ ਦਾਵਾ ਪੜਵਾਉਣ ਲਈ ਇਸ ਲਹਿਰ ਵਿੱਚ ਸ਼ਾਮਲ ਹੋਏ ਹਨ। ਉਹਨਾਂ ਵਿੱਚੋਂ ਅਣਗਿਣਤ ਆਪਣੀ ਕੁਰਬਾਨੀ ਨਾਲ ਗੁਰੂ ਦੇ ਚਰਨਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਅਨੇਕਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਜਨਵਰੀ 1992 ਖਾਲਿਸਤਾਨ ਲਹਿਰ ਅੰਦਰ ਵਿਚਰ ਰਹੇ ਵਰਕਰਾਂ ਅੰਦਰ ਉਹਨਾਂ ਦੇ ਪਿਛੋਕੜ ਵਾਲੇ ਵਿਚਾਰ ਵੀ ਵਿਚਰ ਰਹੇ ਹਨ ਅਤੇ ਵੱਖ-ਵੱਖ ਵਿਚਾਰਾਂ ਦੇ ਟਕਰਾਅ ਜਾਰੀ ਹਨ। ਲਹਿਰ ਨੂੰ ਇਕਜੁੱਟ ਕਰਨ ਲਈ ਜ਼ਰੂਰੀ ਹੈ ਕਿ ਆਪਸੀ ਵਖਰੇਵੇਂ ਦੂਰ ਕੀਤੇ ਜਾਣ। ਆਪਸੀ ਵਖਰੇਵੇਂ ਦੋ ਤਰ੍ਹਾਂ ਨਾਲ ਦੂਰ ਹੋ ਸਕਦੇ ਹਨ। ਇੱਕ ਤਾਂ ਵਿਚਾਰਧਾਰਕ ਬਹਿਸ ਰਾਹੀਂ ਤੇ ਦੂਜਾ ਤਰੀਕਾ ਹੈ ਸੰਘਰਸ਼ ਦੀ ਪ੍ਰਾਪਤੀ ਰਾਹੀਂ। ਇਹਨਾਂ ਦੋਹਾਂ ਵਿੱਚੋਂ ਮੁੱਖ ਹੁੰਦਾ ਹੈ ਵਿਚਾਰਧਾਰਾ ਦਾ ਮਸਲਾ। ਜੇਕਰ ਹਰੇਕ ਗਰੁੱਪ ਤੇ ਉਸ ਦਾ ਲੀਡਰ ਆਪਣੀ ਲਾਈਨ, ਵਿਚਾਰਧਾਰਾ ਤੇ ਐਕਸ਼ਨ ਨੂੰ ਗੁਰਬਾਣੀ ਦੇ ਤਰਾਜੂ ਤੇ ਧਰ ਕੇ ਤੋਲਣ ਦੀ ਪਿਰਤ ਪਾਵੇ ਅਤੇ ਸੰਗਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਗੁਰਮਤਿ ਦੇ ਮੁਤਾਬਕ ਉਸ ਦੀ ਲਾਈਨ ਤੇ ਐਕਸ਼ਨ ਕਿੰਨੇ ਕੁ ਦੁਰਸਤ ਸਾਬਤ ਹੋ ਰਹੇ ਹਨ, ਤਾਂ ਸੰਗਤਾਂ ਉਸ ਬਾਰੇ ਸਹੀ ਸਿੱਟੇ ਕੱਢ ਸਕਦੀਆਂ ਹਨ। ਬੇਗਾਨੇ ਫਲਸਫੇ ਸਿੱਖਾਂ ਲਈ ਮੁਆਫਕ ਨਹੀਂ। ਸਾਨੂੰ ਇਹ ਸਪਸ਼ਟ ਹੋ ਕੇ ਚੱਲਣਾ ਪਵੇਗਾ ਕਿ ਖਾਲਿਸਤਾਨ ਦਾ ਲਕਸ਼ ਸਿੱਖ ਕੌਮ ਤੇ ਗੁਰਬਾਣੀ ਦਾ ਇਸ ਜੱਗ ਮੈਂ ਚਾਨਣ ਪਸਾਰਨ ਲਈ ਮਿਥਿਆ ਹੈ ਅਤੇ ਜੇਕਰ ਸਾਡੀ ਲਹਿਰ ਇਸ ਤੋਂ ਆਸੇ-ਪਾਸੇ ਜਾ ਰਹੀ ਹੈ ਤਾਂ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਕਿਸੇ ਹੋਰ ਦੇ ਢਾਹੇ ਚੜ੍ਹ ਰਹੇ ਹੋਵਾਂਗੇ। ਦੁਨੀਆ ਵਿੱਚ ਰਾਜ ਸਥਾਪਿਤ ਕਰਨ ਦੇ, ਕੌਮਾਂ ਦੀ ਵਿਆਖਿਆ ਦੇ
ਰਾਜਾਂ ਦੀ ਖੁਸ਼ਹਾਲੀ ਦੇ ਅਤੇ ਰਾਜਨੀਤਿਕ ਬਣਤਰਾਂ ਦੇ ਅਨੇਕਾਂ ਸਿਧਾਂਤ ਮੌਜੂਦ ਹਨ, ਜਿਨ੍ਹਾਂ ਮੁਤਾਬਕ ਇਤਿਹਾਸ ਵਿੱਚ ਅਨੇਕਾਂ ਰਾਜ ਕਾਇਮ ਹੋਏ, ਤਬਾਹ ਹੋਏ, ਵਿਚਰ ਰਹੇ ਹਨ ਅਤੇ ਸੰਕਟਗ੍ਰਸਤ ਵੀ ਹਨ। ਇਹਨਾਂ ਵਿੱਚ ਇਸਲਾਮੀ ਰਾਜ, ਬੋਧੀ ਰਾਜ, ਈਸਾਈ ਰਾਜ, ਮਿਲਗੋਭਾ ਰਾਜ, ਅਖੌਤੀ ਸੈਕੂਲਰ, ਨਾਸਤਕ ਰਾਜ, ਕਮਿਊਨਿਸਟ ਅਤੇ ਮਨਮੱਤੇ ਰਾਜ, ਨਿੱਜੀ ਤਾਨਾਸ਼ਾਹੀ ਦੇ ਮਾਡਲ ਪ੍ਰਚਲਿਤ ਹਨ। ਇਹਨਾਂ ਦੇ ਆਪੋ ਆਪਣੇ ਵਿਚਾਰ ਹਨ ਅਤੇ ਆਪੋ ਆਪਣੀਆਂ ਬਣਤਰਾਂ। ਇਹਨਾਂ ਵਿੱਚੋਂ ਕੋਈ ਵੀ ਰਾਜ ਅੱਜ ਸਹੀ ਮਾਅਨਿਆਂ ਵਿੱਚ ਮਨੁੱਖਤਾ ਦੇ ਭਲੇ ਲਈ ਵਧੀਆ ਨਮੂਨਾ ਨਹੀਂ ਪੇਸ਼ ਕਰ ਰਿਹਾ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਮਨੁੱਖਤਾ ਦੇ ਪਰਉਪਕਾਰ ਲਈ ਸਹੀ ਲਾਈਨ ਪੇਸ਼ ਨਹੀਂ ਕਰ ਸਕੀ। ਤਾਈਓਂ ਤਾਂ ਅੱਜ ਦੁਨੀਆ ਦਾ ਹਰੇਕ ਰਾਜ ਸੰਕਟਗ੍ਰਸਤ ਦਿਖਾਈ ਦੇ ਰਿਹਾ ਹੈ। ਕੋਈ ਆਰਥਿਕ ਤੌਰ ਤੇ ਅਮੀਰ ਹੋਣ ਦੇ ਬਾਵਜੂਦ ਵੀ ਸੱਭਿਆਚਾਰਕ ਕੰਗਾਲੀ ਵਿੱਚ ਫਸਦਾ ਜਾ ਰਿਹਾ ਹੈ ਅਤੇ ਕੋਈ ਸੱਭਿਆਚਾਰਕ ਵਿਕਾਸ ਲਈ ਕੋਸ਼ਿਸ਼ਾਂ ਕਰਦਾ ਆਰਥਿਕ ਕੰਗਾਲੀ ਵਿੱਚ ਵਧ ਰਿਹਾ ਹੈ। ਮਨੁੱਖੀ ਭਾਈਚਾਰੇ ਲਈ ਇੱਕ ਵਧੀਆ ਧਾਰਮਿਕ, ਨੈਤਿਕ, ਸੱਭਿਆਚਾਰਕ ਤੇ ਆਰਥਿਕ ਮਾਡਲ ਪੇਸ਼ ਕਰਨ ਵਿੱਚ ਉਹਨਾਂ ਦੀ ਅਸਫਲਤਾ ਉਹਨਾਂ ਦੇ ਰਾਜਾਂ ਦੇ ਸੰਕਟਾਂ ਦਾ ਕਾਰਨ ਬਣੀ ਪਈ ਹੈ। ਇਸੇ ਸਮੇਂ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਉਸਾਰੀ ਕਰ ਰਹੇ ਹਾਂ ਤਾਂ ਸਾਨੂੰ ਉਹਨਾਂ ਦੇ ਭੱਠਿਆਂ ਦੀਆਂ ਕੱਚੀਆਂ ਪਿੱਲੀਆਂ ਤੇ ਖਿੰਗਰੀਆਂ ਇੱਟਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸੁਚੇਤ ਹੋ ਕੇ ਚੱਲਣਾ ਪਵੇਗਾ ਕਿ ਗੁਰੂ ਦੀ ਸਿੱਖਿਆ ਮੁਤਾਬਕ ਜੋ ਹਲੇਮੀ ਰਾਜ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ, ਇਸ ਦੀ ਹਰ ਇੱਟ ਗੁਰਬਾਣੀ ਦੇ ਨਿੱਘ ਨਾਲ ਪੱਕ ਕੇ ਪ੍ਰਵਾਨ ਚੜ੍ਹੇ। ਆਲੇ ਦੁਆਲੇ ਤੋਂ ਸਿੱਖਣਾ ਸਿਖਾਉਣਾ ਸਾਡਾ ਫਰਜ਼ ਹੈ, ਪਰ ਬਾਹਰੋਂ ਉਹ ਕੁਝ ਨਹੀਂ ਸਿੱਖਿਆ ਜਾ ਸਕਦਾ ਜੋ ਗੁਰਮਤ ਦੇ ਹਾਣ ਦਾ ਨਾ ਹੋਵੇ। ਆਲੇ ਦੁਆਲੇ ਤੋਂ ਮਦਦ ਲੈਣੀ ਤੇ ਮਦਦ ਦੇਣੀ ਠੀਕ ਹੈ, ਪਰ ਸਿੱਖੀ ਸਿਧਾਂਤ ਦੀ ਕੀਮਤ ਤੇ ਨਹੀਂ। ਇਸ ਲਈ ਅਸੀਂ ਦੁਨੀਆ ਦੀ ਕਿਸੇ ਚੰਗੀ ਗੱਲ ਨੂੰ ਅਪਣਾਉਂਦਿਆਂ ਤੇ ਕਿਸੇ ਦੀ ਹਮਾਇਤ ਨੂੰ ਪ੍ਰਵਾਨ ਕਰਦਿਆਂ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਦੁਨੀਆ ਅੰਦਰ ਕੋਈ ਵੀ ਚੰਗਿਆਈ ਗੁਰਬਾਣੀ ਵਿੱਚ ਦਰਜ ਚੰਗਿਆਈਆਂ ਤੋਂ ਉੱਤਮ ਨਹੀਂ ਹੈ ਤੇ ਕਿਸੇ ਹਮਾਇਤੀ ਦੀ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਤੋਂ ਵੱਧ ਕੇ ਨਹੀਂ ਹੈ। ਲੀਡਰ ਤੇ ਸੰਗਤ। ਸਿੱਖੀ ਸਿਧਾਂਤਾਂ ਮੁਤਾਬਕ ਸਾਡੇ ਧਰਮ ਵਿੱਚ ਗੁਰੂ ਤੋਂ ਬਾਅਦ ਸੰਗਤ ਦੀ ਹੈਸੀਅਤ ਪ੍ਰਮੁੱਖ ਹੈ। ਸੰਗਤ ਨੂੰ ਵਿਸ਼ਵਾਸ ਵਿੱਚ ਲੈਂਦਿਆਂ ਹੀ ਕੋਈ ਆਗੂ ਖਾਲਸਾਈ ਸਿਧਾਂਤਾਂ ਤੇ ਅੱਗੇ ਵਧ ਸਕਦਾ ਹੈ। ਬੇਗਾਨੇ ਸਿਧਾਂਤ ਕਹਿੰਦੇ ਹਨ ਕਿ ਲੋਕ ਤਾਂ ਭੇਡਾਂ ਬੱਕਰੀਆਂ ਹੁੰਦੇ ਹਨ, ਉਹਨਾਂ ਨੂੰ ਜਿੱਧਰ ਮਰਜ਼ੀ ਮੋੜ ਲਓ। ਇਹਨਾਂ ਸਿਧਾਂਤਾਂ ਤੋਂ ਪ੍ਰਭਾਵਿਤ ਕਈ ਆਗੂ ਸੰਗਤਾਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਥਾਂ ਉਹਨਾਂ ਨੂੰ ਝੂਠੇ ਸਬਜ਼ ਬਾਗ ਦਿਖਾਉਂਦੇ ਹਨ। ਸੰਗਤਾਂ ਨੂੰ ਝੂਠ ਦੇ ਆਸਰੇ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਕੁਝ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੇ ਮਗਰ ਵੀ ਚੱਲ ਪੈਂਦੇ ਹਨ, ਪਰ ਸਮੇਂ ਦੇ ਨਾਲ ਜਦ ਢੋਲ ਦਾ ਪੋਲ ਖੁੱਲ੍ਹਦਾ ਹੈ ਤਾਂ ਲੋਕ ਮੂੰਹ ਮੋੜ ਲੈਂਦੇ ਹਨ। ਫਿਰ ਲੀਡਰ ਲੋਕਾਂ ਨੂੰ ਗਾਲਾਂ ਕੱਢਦੇ ਹਨ, ਪਰ ਉਹ ਲੀਡਰ ਸਿੱਖੀ ਸਿਧਾਂਤਾਂ ਮੁਤਾਬਕ ਠੀਕ ਨਹੀਂ ਚੱਲ ਰਹੇ ਹੁੰਦੇ। ਸਿੱਖੀ ਸਿਧਾਂਤ ਸੰਗਤ ਨਾਲ ਝੂਠ ਮਾਰਨ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਸੰਗਤਾਂ ਤੋਂ ਓਹਲਾ ਰੱਖਣ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਹਰ ਲੀਡਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਲਹਿਰ ਜਥੇਬੰਦ ਕਰਨ ਦੇ ਆਪਣੇ ਤਰੀਕਾਕਾਰ ਨੂੰ ਸੰਗਤਾਂ ਦੀ ਪ੍ਰਵਾਨਗੀ ਲਈ ਪੇਸ਼ ਕਰਨ ਦਾ ਪਾਬੰਦ ਬਣਾਉਂਦਾ ਹੈ ਤੇ ਫਿਰ ਸੰਗਤਾਂ ਨੂੰ ਸਹਿਮਤ ਕਰਾ ਕੇ ਖਾਲਸਾਈ ਨਿਸ਼ਾਨੇ ਵੱਲ ਵਧਣ ਦਾ ਰਾਹ ਦਿਖਾਉਂਦਾ ਹੈ। ਇੱਥੇ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਿੱਖੀ ਸਿਧਾਂਤ ਕਿਸੇ ਲੀਡਰ ਵੱਲੋਂ ਆਮ ਸੰਗਤ ਕੋਲੋਂ ਗੁਰਮਤਿ ਦੀ ਸੇਧ ਦੇ ਉਲਟ ਲਏ ਫਤਵੇ ਨੂੰ ਪ੍ਰਵਾਨ ਨਹੀਂ ਕਰਦਾ। ਜਿਵੇਂ ਲੀਡਰ ਆਮ ਤੌਰ ਤੇ ਗਲਤ ਕੰਮਾਂ ਲਈ ਸੰਗਤਾਂ ਦੇ ਹੱਥ ਕੜੇ ਕਰਾਉਂਦੇ ਹਨ, ਇਸ ਤਰ੍ਹਾਂ ਖਾਲਸਾਈ ਸਿਧਾਂਤਾਂ ਮੁਤਾਬਕ ਲੋਕ ਲਹਿਰ ਦੀ ਉਸਾਰੀ ਕਰਨ ਅਤੇ ਖਾਲਿਸਤਾਨ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਹਨਾਂ ਨੁਕਤਿਆਂ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਾਡਾ ਮਾਰਗਦਰਸ਼ਕ ਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਸੀਂ ਕੁਝ ਵੀ ਅਜਿਹਾ ਕਰਨ ਦੇ ਹੱਕਦਾਰ ਨਹੀਂ ਜੋ ਉਸ ਮੁਤਾਬਕ ਦੁਰਸਤ ਨਾ ਹੋਵੇ। ਸਾਡੇ ਲੀਡਰ ਜੇਕਰ ਉਸ ਦੀ ਸੇਧ ਮੁਤਾਬਕ ਸੰਗਤ ਨੂੰ ਚੱਲਣ ਦੀ ਪ੍ਰੇਰਨਾ ਕਰਦੇ ਹਨ ਤਾਂ ਸਾਨੂੰ ਉਹਨਾਂ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ। ਜੇਕਰ ਉਹਨਾਂ ਵਿੱਚ ਕੋਈ ਨੁਕਸ ਹੈ ਤਾਂ ਸੰਗਤ ਨੂੰ ਹੱਕ ਹੈ
ਕਿ ਉਸ ਤੇ ਕਿੰਤੂ ਕਰੇ ਅਤੇ ਲੀਡਰ ਦਾ ਫਰਜ਼ ਹੈ ਕਿ ਉਹ ਸੰਗਤ ਦੀ ਰਾਏ ਲਵੇ। ਇਸ ਤਰ੍ਹਾਂ ਸਾਨੂੰ ਇੱਕ ਲੋਕ ਲਹਿਰ ਦੀ ਉਸਾਰੀ ਵੱਲ ਵਧਣਾ ਚਾਹੀਦਾ ਹੈ। ਨੰਬਰ 8 ਪ੍ਰਵਾਸੀ ਖਾਲਿਸਤਾਨੀ ਲਹਿਰ ਅੰਦਰ ਖੜੋਤ ਦੇ ਲੱਛਣ। ਲਿਬਰੇਸ਼ਨ ਖਾਲਿਸਤਾਨ ਸਾਲ ਪਹਿਲਾ ਨੰਬਰ 5 ਜੂਨ 1992। ਹੇਠ ਦਿੱਤੀਆਂ 3 ਸੰਖੇਪ ਪੜਚੋਲਵੀਆਂ ਟਿੱਪਣੀਆਂ ਜਸਵੰਤ ਸਿੰਘ ਖਾਲੜਾ ਨੇ ਇੰਗਲੈਂਡ ਵਿੱਚ ਰਹਿੰਦਿਆਂ ਪ੍ਰਵਾਸੀ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਨੂੰ ਦੇਖ ਕੇ ਲਿਖੀਆਂ ਸਨ। ਅਸੀਂ ਮਨਮਤ ਦੇ ਵਸ ਪੈ ਕੇ ਹੀ ਇਹੀ ਕਹੀ ਜਾ ਰਹੇ ਹਾਂ ਕਿ ਜੇਕਰ ਸਿੱਖ ਬਚੇ ਰਹੇ ਤਾਂ ਸਿੱਖੀ ਬਚੀ ਰਹੇਗੀ, ਪਰ ਗੁਰਮਤਿ ਸਾਨੂੰ ਕਹਿ ਰਹੀ ਹੈ ਜੇਕਰ ਸਿੱਖੀ ਬਚੀ ਰਹੀ ਤਾਂ ਹੀ ਸਿੱਖ ਬਚੇ ਰਹਿ ਸਕਣਗੇ। ਤੇ ਸਿੱਖੀ ਸ਼ੁਰੂ ਹੁੰਦੀ ਹੈ ਅਕਾਲ ਪੁਰਖ ਦੇ ਸਾਹਮਣੇ ਆਪਣਾ ਸੀਸ ਅਰਪਣ ਕਰਨ ਤੋਂ। ਸਿੱਖ ਬੀਕਾਨੇਰ ਵੱਲ ਭੱਜਿਆ ਨਹੀਂ ਸੀ ਬਚ ਸਕਦੇ, ਸਿੱਖ ਬਚੇ ਸੀ ਸ੍ਰੀ ਦਰਬਾਰ ਸਾਹਿਬ ਵੱਲ ਸੀਸ ਭੇਟ ਕਰਨ ਲਈ ਅੱਗੇ ਵਧਿਆ। ਸੋ ਆਓ ਮਨਮਤ ਤੋਂ ਖਹਿੜਾ ਛੁਡਾਈਏ, ਸਿੱਖੀ ਨੂੰ ਬਚਾਈਏ, ਆਪਣੇ ਆਪ ਨੂੰ ਗੁਰੂ ਦੇ ਭੇਟ ਕਰੀਏ। ਗੁਰੂ ਤੋਂ ਦਾਤਾਂ ਮੰਗਣਾ ਸਿੱਖ ਦਾ ਫਰਜ਼ ਹੀ ਹੈ। ਅਸੀਂ ਦੁੱਧ ਮੰਗਿਆ, ਪੁੱਤ ਮੰਗਿਆ, ਹੋਰ ਸੁੱਖ ਆਰਾਮ ਮੰਗੇ, ਪਰ ਸਾਡੇ ਗੁਰੂ ਕੋਲ ਜੋ ਸਭ ਤੋਂ ਵੱਡੀ ਦਾਤ ਆਪਣੇ ਪੁੱਤਰਾਂ ਨੂੰ ਦੇਣ ਲਈ ਸੀ ਉਹ ਬਹੁਤ ਘੱਟ ਮੰਗੀ ਹੈ। ਉਹ ਦਾਤ ਹੈ ਕੁਰਬਾਨੀ ਦੀ। ਅਸੀਂ ਗੁਰੂ ਦੀਆਂ ਦਾਤਾਂ ਵਿੱਚੋਂ ਮਾਇਆ ਨੂੰ ਫਿਰ ਦਾਨ ਕਰਨ ਦੀ ਮਨਮਤ ਤਹਿਤ ਦਾਨੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਦਾਤਾਂ ਬਖਸ਼ਣ ਵਾਲੇ ਤੋਂ ਅਸਲੀ ਦਾਤ ਮੰਗਣ ਤੋਂ ਸ਼ਰਮਾ ਰਹੇ ਹਾਂ। ਸਭ ਤੋਂ ਵੱਡੀ ਦਾਤ ਸਾਡੇ ਦਾਤੇ ਕੋਲ ਸ਼ਹਾਦਤ ਦੀ ਹੈ, ਪਰ ਉਹ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ। ਧੰਨ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਪੰਥ ਦੀ ਆਨ ਤੇ ਸ਼ਾਨ ਦੀ ਖਾਤਰ ਸਿਰ ਤਲੀ ਤੇ ਧਰ ਕੇ ਸ਼ਹਾਦਤ ਦੇ ਜਾਮ ਪੀ ਰਹੇ ਹਨ। ਪਰ ਸਾਡੇ ਵਿੱਚੋਂ ਕੁਝ ਵੀਰ ਮਨਮਤ ਦਾ ਸ਼ਿਕਾਰ ਹੋ ਕੇ ਕਹਿ ਰਹੇ ਹਨ ਕਿ ਪੰਜਾਬ ਵਿੱਚ ਅਜੇ ਕਾਫੀ ਨੌਜਵਾਨ ਹਨ ਜਿਨ੍ਹਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਹੈ। ਅਸੀਂ ਤਾਂ ਉਸ ਵੇਲੇ ਉੱਥੇ ਪਧਾਰਾਂਗੇ ਜਦ ਸਾਨੂੰ ਗੱਦੀ ਮਿਲੇਗੀ। ਵਾਹਿਗੁਰੂ ਉਹਨਾਂ ਨੂੰ ਲੰਮੀ ਉਮਰ ਦੇਵੇ ਤਾਂ ਕਿ ਉਹ ਲੰਮਾ ਚਿਰ ਇਹ ਸਭ ਕੁਝ ਦੇਖ ਸਕਣ ਕਿ ਗੁਰੂ ਜੋ ਰੁਤਬਾ ਸ਼ਹੀਦ ਨੂੰ ਦਿੰਦਾ ਹੈ ਉਹ ਨਵਾਬ ਨੂੰ ਨਹੀਂ ਦਿੰਦਾ। ਮੈਂ ਇੱਕ ਅਣਜਾਣ ਜਿਹਾ ਸਿੱਖ ਹਾਂ ਤੇ ਸੱਚ ਤਾਂ ਸੱਚੇ ਪਾਤਸ਼ਾਹ ਹੀ ਜਾਣਦੇ ਹਨ, ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕੌਮ ਦੀ ਆਜ਼ਾਦੀ ਦੀ ਚੱਲ ਰਹੀ ਲੜਾਈ ਵਿੱਚ ਵਜ਼ੀਰੀਆਂ ਦੇ ਸੁਪਨੇ ਮਾੜੇ ਤਾਂ ਨਹੀਂ ਹੁੰਦੇ, ਪਰ ਇਹ ਸ਼ਹਾਦਤ ਦੇ ਸੁਪਨੇ ਤੋਂ ਬਹੁਤ ਹੇਠਾਂ ਹੁੰਦੇ ਹਨ। ਠੀਕ ਹੈ, ਸਿਆਸੀ ਲੋਕ ਵਜ਼ੀਰੀਆਂ ਦੀ ਲਾਲਸਾ ਲਈ ਲੜਦੇ ਹਨ, ਪਰ ਧਰਮੀ ਲੋਕ ਮੁਕਤੀ ਲਿਬਰੇਸ਼ਨ ਲਈ ਲੜਦੇ ਹਨ। ਅੱਜ ਸਾਡੇ ਵਿੱਚ ਦੋਹਾਂ ਹੀ ਤਰ੍ਹਾਂ ਦੇ ਲੋਕ ਹਨ। ਖਾਲਿਸਤਾਨ ਦੀ ਲੜਾਈ ਨੂੰ ਮੈਂ ਇੱਕ ਧਰਮੀ ਲੜਾਈ ਸਮਝਦਾ ਹਾਂ, ਕਈ ਲੋਕ ਇਸ ਨੂੰ ਸਿਆਸੀ ਲੜਾਈ ਹੀ ਸਮਝੀ ਜਾ ਰਹੇ ਹਨ। ਇਹ ਦੋ ਧਾਰਾਵਾਂ ਹਨ। ਅੱਜ ਸਾਡੀ ਕੌਮੀ ਤਹਿਰੀਕ ਵਿੱਚ ਮੇਰੀ ਸਨੇਮਰ ਬੇਨਤੀ ਹੈ, ਖਾਲਿਸਤਾਨ ਦੀ ਧਰਤੀ ਤੋਂ ਦੂਰ ਵਿਚਰ ਰਹੇ ਬਹਾਦਰ ਖਾਲਿਸਤਾਨੀ ਵੀਰਾਂ ਨੂੰ ਕਿ ਅਸੀਂ ਸਾਰੇ ਰਲ ਕੇ ਖਾਲਿਸਤਾਨ ਲਹਿਰ ਦਾ ਪ੍ਰਚਾਰ ਦੁਨੀਆ ਦੇ ਹਰੇਕ ਕੋਨੇ-ਕੋਨੇ ਵਿੱਚ ਕੀਤਾ ਹੈ। ਹੁਣ ਸਾਡੇ ਨਾਲ ਹੋਰ ਵੀ ਹਜ਼ਾਰਾਂ ਸਿੰਘ ਵੀਰ ਇਸ ਕਾਰਜ ਵਿੱਚ ਜੁਟ ਪਏ ਹਨ। ਇੱਕੋ ਕੰਮ ਸਾਲਾਂ ਬੱਧੀ ਇੱਕੋ ਬੰਦਾ ਕਰੀ ਜਾਵੇ ਤਾਂ ਜਮਾਤ ਵਿੱਚ ਖੜੋਤ ਪੈਦਾ ਹੋ ਜਾਂਦੀ ਹੈ ਤੇ ਇਹ ਖੜੋਤ ਸਮੁੱਚੀ ਪ੍ਰਵਾਸੀ ਖਾਲਿਸਤਾਨੀ ਲਹਿਰ ਵਿੱਚ ਆਈ ਪਈ ਹੈ। ਉਹ ਚਿਹਰੇ, ਉਹ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ ਉਹਨਾਂ ਹੀ ਸਟੇਜਾਂ ਤੇ ਦੁਹਰਾਈਆਂ ਜਾ ਰਹੀਆਂ ਹਨ। ਲੋਕ ਸੁਣ ਕੇ ਅੱਕ ਚੁੱਕੇ ਹਨ। ਨਵੀਂ ਪੀੜ੍ਹੀ ਦੇ ਨੌਜਵਾਨ ਜੋ ਸਾਡੇ ਪੁਰਾਣੇ ਲੀਡਰਾਂ ਤੋਂ ਵੱਧ ਪੜ੍ਹੇ ਲਿਖੇ ਤੇ ਸੂਝਵਾਨ ਹਨ, ਉਹ ਇਹ ਕੰਮ ਪੁਰਾਣੇ ਲੀਡਰਾਂ ਤੋਂ ਸੁਚੱਜਾ ਕਰ ਸਕਦੇ ਹਨ, ਪਰ ਉਹਨਾਂ ਨੂੰ ਮੌਕੇ ਨਹੀਂ ਮਿਲ ਰਹੇ। ਇਸ ਖੜੋਤ ਕਾਰਨ ਜਥੇਬੰਦੀਆਂ ਟੁੱਟ ਫੁੱਟ ਰਹੀਆਂ ਹਨ, ਸੰਗਤਾਂ ਚੁੱਪ ਵੱਟ ਰਹੀਆਂ ਹਨ। ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ, ਭਾਗ 9ਵਾਂ। ਪੂਰੀ ਕਿਤਾਬ ਸੁਣਨ ਵਾਸਤੇ ਗੁਰਜੰਟ ਸਿੰਘ ਰੂਪਵਾਲੀ YouTube ਚੈਨਲ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।